प्रधान जी किस विषय में हो रही है? आ रही ਜਿਹੜੀਆਂ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ਤਾਬਦੀ ਆਪਣੇ ਆ ਰਹੀ ਹੈ। ਹਾਂਜੀ 100 ਸਾਲ ਪੰਜਾਬ ਸਾਹਿਬ ਵਾਲੀ ਆ ਰਹੀ ਹੈ, ਉਹਦੇ ਬਾਰੇ ਕਰੀਏ ਬਈ ਚਲੋ। हाँ जी करो जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। कोई नहीं 40 मिनट ਅੱਜ ਸਾਡਾ ਸਿੱਖ ਸੱਚ ਬੋਰਡ ਦੀ ਮੀਟਿੰਗ ਸੀ ਤੇ ਨਾਲ ਦੀ ਨਾਲ ਕੁਝ ਜਿਹੜੇ ਸਾਡੇ ਆਉਣ ਵਾਲੇ ਸਮੇਂ ਦੀਆਂ ਸ਼ਤਾਬਦੀਆਂ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ 400 ਸਾਲਾਂ ਨੂੰ ਸੰਪੂਰਨਤਾ ਦੀ ਉਹ ਵੀ ਗੁਰਪੁਰਬ ਆ ਰਹੇ ਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 400 ਸਾਲਾ ਪਿਛਲੇ ਸਾਲ ਆਪਾਂ ਉਹ ਸ਼ਤਾਬਦੀ ਸ਼ੁਰੂ ਕੀਤੀ ਸੀ, ਜਿਹਦੀ ਸੰਪੂਰਨਤਾ 21 ਤਰੀਕ ਨੂੰ ਕੀਤੀ ਜਾਊਗੀ। ਉਹਦੇ ਵਿੱਚ 19 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਪ੍ਰਬੰਧਤਾ ਹੋਊਗੀ ਔਰ 20 ਤਰੀਕ ਨੂੰ ਸ਼ਾਮ ਨੂੰ ਗੁਰੂ ਕੇ ਮਹਿਲ ਸਤਿਗੁਰਾਂ ਦੇ ਉਸ ਪ੍ਰਕਾਸ਼ ਸਥਾਨ ਦੇ ਉੱਤੇ ਰਾਤ ਦਾ ਕੀਰਤਨ ਦਰਬਾਰ ਹੋਊਗਾ। 21 ਤਰੀਕ ਨੂੰ ਸਵੇਰੇ ਮੰਜੀ ਹਾਲ ਗੁਰਦੁਆਰਾ ਹਾਲ ਦੇ ਵਿੱਚ ਭੋਗਾਂ ਤੋਂ ਬਾਅਦ ਵੱਡਾ ਕੀਰਤਨ ਦਰਬਾਰ, ਜਿਹਦੇ ਵਿੱਚ ਢਾਡੀ ਤੇ ਹੋਰ ਕਥਾਵਾਚਕ ਤੇ ਸੰਤ ਸਮਾਜ ਦੇ ਸਾਡੇ ਮਹਾਂਪੁਰਸ਼ ਜਿਹੜੇ ਉਹਦੇ ਵਿੱਚ ਹਿੱਸਾ ਲੈਣਗੇ। ਉਹ ਤੋਂ ਇਲਾਵਾ ਸਾਡੇ ਕੋਲ ਕਿਉਂਕਿ ਇੱਕ ਸ਼ਤਾਬਦੀ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਪੰਜਾ ਸਾਹਿਬ ਦਾ ਜਿਹੜਾ ਸਾਕਾ ਉਹ ਵੀ ਆ ਰਹੀ ਆ, ਪਰ ਉਹ ਤੋਂ ਪਹਿਲਾਂ ਇੱਕ ਸਾਡਾ ਸਿੱਖ ਪੰਥ ਦਾ ਬਹੁਤ ਵੱਡਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ, ਜਿਹਦੇ ਵਿੱਚ ਸਿੰਘ ਜਾਂਦੇ ਸੀ ਸ਼ਾਂਤਮਈ ਢੰਗ ਦੇ ਨਾਲ, ਉਹ ਉੱਥੇ ਜਾ ਕੇ ਆਪਣਾ ਵਿਰੋਧ ਕਰਦੇ ਸੀ, ਪਰ ਉਹਨਾਂ ਦੇ ਵਿੱਚ ਬਹੁਤ ਸਾਰੇ ਜਿੰਨੇ ਵੀ ਗਏ ਤਕਰੀਬਨ ਸਾਰੇ ਸ਼ਹੀਦੀਆਂ ਪਾਉਂਦੇ ਰਹੇ। ਇਹ ਵੀ ਅਸੀਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਕਿ 8 ਅਗਸਤ ਨੂੰ ਜਦੋਂ ਉਸ ਮੋਰਚੇ ਦੀ ਸ਼ੁਰੂਆਤ ਹੋਈ ਸੀ, ਭਾਵੇਂ ਉਹਦੀ ਸੰਪੂਰਨਤਾ ਨਵੰਬਰ ਦੇ ਵਿੱਚ ਜਾ ਕੇ ਹੋਈ, ਉਹਦਾ ਵੀ ਇੱਕ ਵੱਡਾ ਸਮਾਗਮ ਗੁਰੂ ਕੇ ਬਾਗ ਦੇ ਮੋਰਚੇ ਦੇ ਸ਼ਹੀਦਾਂ ਨੂੰ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 8 ਅਗਸਤ ਨੂੰ ਇੱਥੇ ਮਨਾਊ। ਦੂਸਰਾ ਜਿਹੜਾ 30 ਅਕਤੂਬਰ 2022 ਨੂੰ ਪੰਜਾ ਸਾਹਿਬ ਦਾ ਜਿਹੜਾ ਮਹਾਨ ਸਾਕਾ, ਉਹਦੀ ਵੀ ਜਿਹੜੀ 100 ਸਾਲਾ ਸ਼ਤਾਬਦੀ ਆ, ਉਹ ਵਿਦੇਸ਼ 'ਚ ਪਾਕਿਸਤਾਨ 'ਚ ਵੀ ਮਨਾਈ ਜਾਊਗੀ। ਜਿੱਦਾਂ ਪਹਿਲਾਂ ਵੀ ਕਿਹਾ ਸੀ, ਅਸੀਂ ਯਤਨ ਕਰਾਂਗੇ ਸਾਨੂੰ ਵੱਡੇ ਜਥੇ ਦੀ ਪ੍ਰਵਾਨਗੀ ਮਿਲ ਜਾਏ ਤੇ ਇੱਥੇ ਵੀ ਅੰਮ੍ਰਿਤਸਰ ਵਿਖੇ ਵੀ ਉਹ ਵੱਡਾ ਸਮਾਗਮ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਮਨਾਇਆ ਜਾਊਗਾ। ਦੂਸਰੀ ਇੱਕ 75 ਸਾਲਾ ਜਿਹੜੀ ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਆ ਰਹੀ ਆ, ਪਰ ਜਿੰਨਾ ਕੁ ਮੁਲਾਂਕਣ ਅਸੀਂ ਕੀਤਾ, ਸਾਡੇ ਨਾਲ ਜਿਹੜੇ ਹਿਸਟੋਰੀਅਨ ਨੇ ਉਹਨੇ ਵੀ, ਕਿ ਜਿੰਨਾ ਵੀ ਹੁਣ ਤੱਕ ਲਿਟਰੇਚਰ ਲਿਖ ਹੋਇਆ ਉਹਦੇ ਵਿੱਚ ਸਿੱਖਾਂ ਦਾ ਟੁੱਕ ਮਾਤਰ ਕਿਤੇ ਜ਼ਿਕਰ ਨਹੀਂ ਆਜ਼ਾਦੀ ਦੀ ਲੜਾਈ ਦੇ ਵਿੱਚ ਕੀਤਾ ਗਿਆ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਸਬੰਧ ਦੇ ਵਿੱਚ ਇੱਕ ਆਪਣਾ ਕਿਤਾਬਚਾ, ਉਹ ਸਾਰਾ ਆਪਣੇ ਮਹਾਨ ਸ਼ਹੀਦਾਂ ਦਾ ਜਿਨ੍ਹਾਂ ਨੇ ਵੱਡਾ ਯੋਗਦਾਨ ਪਾਇਆ, ਉਹ ਜਿਹੜਾ ਵੱਖਰਾ ਕਿਤਾਬਚਾ ਅਸੀਂ ਅੱਜ ਤੋਂ ਯਤਨ ਪ੍ਰਾਰੰਭ ਕਰ ਦਿੱਤੇ ਆ। ਤੇ ਉਹਦੇ ਵਿੱਚ ਜਿਨ੍ਹਾਂ ਦਾ ਸਹਿਯੋਗ ਲੈਣਾ, ਉਹਨਾਂ ਨਾਲ ਵੀ ਬੈਠ ਕੇ ਅੱਜ ਮੀਟਿੰਗ ਹੋਈ ਆ। ਉਹ ਅਸੀਂ ਵੱਖਰਾ ਜਿਹੜਾ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਕਿਵੇਂ ਕਿਵੇਂ ਸਾਰਾ ਜਿਹੜਾ ਉਹ ਚੱਲਿਆ, ਉਹਦੀ ਗਾਥਾ ਉਹਦੇ ਵਿੱਚ ਜਿਹੜੀ ਉਹ ਦੱਸੀ ਜਾਊਗੀ। ਕਿਉਂਕਿ ਕਾਲਾ ਪਾਣੀ ਦਾ ਜਿਹੜਾ ਇਤਿਹਾਸ ਆ ਉਹ ਵੀ ਇੱਕ ਦੁਰਲੱਭ ਆ, ਤੇ ਕਾਲੇ ਪਾਣੀ ਦੇ ਵਿੱਚ ਮੇਰਾ ਖਿਆਲ ਮੈਕਸਿਮਮ ਜਿਹੜੀਆਂ ਪਨਿਸ਼ਮੈਂਟਸ
ਉਹ ਸਿੱਖਾਂ ਨੇ ਆਪਣੇ ਪਿੰਡ ਤੇ ਹਟਾਇਆ। ਉਹਦਾ ਸਾਡਾ ਬੜਾ ਲੰਬੇ ਅਰਸੇ ਦਾ ਉਹ ਪਈ ਸੀ ਸਾਡੀ ਕਿਤਾਬ। ਸਾਡੇ ਮਾਹਰ ਉੱਥੇ ਅੰਡੇਮਾਨ ਨਿਕੋਬਾਰ ਜਾ ਕੇ ਵੀ ਆਏ, ਉੱਥੇ ਵੀ ਜਿਹੜੇ ਉਹਨਾਂ ਦੇ ਨੇਮ ਪਲੇਟਸ ਲੱਗੀਆਂ ਉੱਥੋਂ ਵੀ ਉਹਨਾਂ ਨੇ ਸਰੋਤ ਲਏ। ਕੁਝ ਸਰੋਤ ਉਹਨੇ ਇਤਿਹਾਸ ਦੇ ਵੀ ਚੱਕੇ। ਉਹ ਸਾਡੇ ਕੋਲ ਸਾਰੀ ਬੁੱਕ ਤਿਆਰ ਹੋ ਕੇ ਉਹਦਾ ਖਰੜਾ ਆ ਗਿਆ ਤੇ ਡਾਕਟਰ ਪਰਮਵੀਰ ਸਿੰਘ ਜੀ ਉਹਦੀ ਖੋਜ ਕਰ ਰਹੇ ਆ ਤੇ ਉਹ ਅਸੀਂ ਇੱਕ ਆਪਣੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਾਰਾ ਜਿਹੜਾ ਆ ਕਾਲੇ ਪਾਣੀ ਦਾ ਇਤਿਹਾਸ ਉਹ ਵੀ ਲਿਖਾਂਗੇ ਸਾਰਾ। ਸੋ ਇਹ ਇੱਕ ਜਿਹੜੀ ਚੇਚੇ ਤੌਰ ਦੇ ਉੱਤੇ ਜਿਹੜਾ 100 ਸਾਲਾ ਸ਼ਤਾਬਦੀ ਪੰਜਾ ਸਾਹਿਬ ਦੀ ਆ ਰਹੀ ਆ, ਉਹਦੇ ਵਿੱਚ ਜਿਨ੍ਹਾਂ ਨੇ ਉਹ ਜਥੇ ਨੂੰ ਲੀਡ ਕੀਤਾ ਸਾਡੇ ਮੁੱਖ ਜਿਹੜੇ ਸ਼ਹੀਦ ਭਾਈ ਕਰਮ ਸਿੰਘ ਜੀ, ਸ਼ਹੀਦ ਭਾਈ ਪ੍ਰਤਾਪ ਸਿੰਘ ਜੀ, ਉਹਨਾਂ ਦੇ ਪਰਿਵਾਰਾਂ ਨੂੰ ਚੇਚੇ ਤੌਰ ਤੇ ਉਸ ਸ਼ਤਾਬਦੀ ਦੇ ਉੱਤੇ ਸਨਮਾਨਿਤ ਕੀਤਾ ਜਾਊਗਾ। ਸੋ ਗੁਰੂ ਸਾਹਿਬ ਕਿਰਪਾ ਕਰਨ। ਇਤਿਹਾਸ ਕੌਮ ਦਾ ਵੱਡਾ ਕਈ ਵਾਰੀ ਅਣਗੌਲੇ ਕੀਤਾ ਜਾਂਦਾ, ਇਸ ਕਰਕੇ ਅਸੀਂ ਆਪਣੇ ਯਤਨ ਕੀਤੇ ਵੀ ਕਾਲੇ ਪਾਣੀ ਦਾ ਇਤਿਹਾਸ ਤੇ 75ਵੀਂ ਵਰ੍ਹੇਗੰਢ ਦਾ ਮੁੱਖ ਤੌਰ ਦੇ ਉੱਤੇ ਸਾਡਾ ਉਹ ਜਿਹੜਾ ਜਿਹਨੂੰ ਕਹਿੰਦਾ ਫੋਕਸ ਆ, ਉਹ ਫੋਕਸ ਸਿੱਖਾਂ ਦੇ ਯੋਗਦਾਨ ਦੇ ਵਿੱਚ ਜਿਹੜਾ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਯੋਗਦਾਨ ਹੈ ਉਹਨੂੰ ਚੇਤੇ ਤੌਰ ਤੇ ਸਾਰਾ ਜਿਹੜਾ ਆ ਉਹ ਅੰਕਿਤ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ 100 ਸਾਲ ਦਾ ਕਿਤਾਬਚਾ ਹੈ ਜੀ, ਜਿਹੜਾ ਤੁਸੀਂ ਕਿਹਾ ਵੀ ਖਰੜਾ ਤਿਆਰ ਕਰ ਦਿੱਤਾ ਗਿਆ ਤੇ ਇਹ ਰਿਲੀਜ਼ ਕਦੋਂ ਕਰਨਾ ਹੈ? ਇਹਦੀ ਤੇ ਤੁਸੀਂ ਪਹਿਲੇ ਦੀ ਦੱਸੀ ਵੀ ਉਦੋਂ ਕਰਨਾ ਰਿਲੀਜ਼। ਨਹੀਂ, ਇਹਦਾ 75ਵੇਂ ਵਰ੍ਹੇਗੰਢ ਨੂੰ ਸਿੱਖਾਂ ਦਾ ਯੋਗਦਾਨ ਜਿਹੜਾ ਅੱਜ ਕੱਲ੍ਹ ਕਾਲੇ ਉਦੋਂ ਕਰੋਗੇ ਤੁਸੀਂ? ਅਣਗੌਲਿਆ ਕੀਤਾ ਗਿਆ। ਨਹੀਂ, ਇਹ ਜਿਹੜਾ ਕਾਲੇ ਪਾਣੀ ਵਾਲਾ ਇਹ ਸਾਡੀ ਬੁੱਕ ਤਿਆਰ ਹੋ ਗਈ ਆ। ਡਾਕਟਰ ਪਰਮਵੀਰ ਸਿੰਘ ਉਹਦੀ ਸਾਰੀ ਘੋਖ ਕਰ ਰਹੇ ਆ ਤੇ ਕਰਨ ਤੋਂ ਬਾਅਦ ਉਹ ਅਸੀਂ ਛੇਤੀ ਨੂੰ ਤਿਆਰ ਕਰ ਦਾਂਗੇ। ਸਾਡਾ ਲਗਭਗ ਉਹ ਤਿਆਰ ਹੀ ਆ ਤੇ ਉਹਨੂੰ ਬੁੱਕ ਦੇ ਵਿੱਚ ਆਪਣੇ ਜਿਹੜੀ ਉਹ ਤਿਆਰ ਕਰਨੀ ਛਾਪਣੀ ਉਹ ਰਹਿੰਦੀ, ਬਾਕੀ ਖੜਾ ਹੋ ਕੇ ਸਾਰਾ ਸਾਡਾ। ਪ੍ਰਧਾਨ ਜੀ, ਜਿਹੜਾ ਨਗਰ ਕੀਰਤਨ ਆ ਉਹ ਵਿਸ਼ੇਸ਼ ਕੱਢਿਆ ਜਾਏਗਾ ਸ਼ਤਾਬਦੀ ਦੇ ਮੌਕੇ ਜਿਹੜੀ ਨਗਰ ਕੀਰਤਨ ਨਹੀਂਗਾ ਹਾਲੇ ਸਾਡਾ। ਅਸੀਂ ਇਹਦੇ ਵਿੱਚ ਸਿਰਫ ਅਸੀਂ ਗੁਰੂ ਕੇ ਮਹਿਰ ਰਾਤ ਨੂੰ 20 ਤਰੀਕ ਨੂੰ ਉੱਤੇ ਕੀਰਤਨ ਦਰਬਾਰ ਆ, ਨਗਰ ਕੀਰਤਨ ਨਹੀਂ ਰੱਖਿਆ। ਤੇ ਨਗਰ ਕੀਰਤਨ ਰੂਟੀਨ ਚ ਹੁੰਦਾ ਹੈ ਜੀ, ਉਹਦਾ ਰੂਟੀਨ ਦੇ ਵਿੱਚ ਆ। ਇਹਨੂੰ ਚੇਚੇ ਤੌਰ ਜਿੱਦਾਂ ਆਪਾਂ ਕਹਿੰਦੇ ਨਾ ਬਾਹਰਲੇ ਪਾਸੇ ਜਾਂ ਹੋਰ, ਕਿਉਂਕਿ ਇਹਦਾ ਹਰ ਸਾਲ ਸਤਿਗੁਰੂ ਜੀ ਦੀ ਸਮਰਪਿਤ ਜਿਹੜਾ ਇੱਥੋਂ ਅਕਾਲ ਤਖਤ ਤੋਂ ਸਾਹਿਬ ਤੋਂ ਜਾ ਕੇ ਉੱਥੇ ਸਮਾਪਤੀ ਹੁੰਦੀ, ਉਹਦਾ ਕੱਢਾਂਗੇ ਹੀ। ਪਰ ਉਦਾਂ ਚੇਚੇ ਤੌਰ ਦੇ ਉੱਤੇ ਕੋਈ ਉਵੇਂ ਇਤਿਹਾਸਕ ਨਹੀਂ ਰੱਖਿਆ ਬਿਆਨ ਵਾਲੇ। ਉਹ ਸਿਰਫ ਇੱਥੋਂ ਜਿਹੜੀ ਪਰੰਪਰਾ ਸਾਡੀ ਚੱਲਦੀ ਉਹ ਪਰੰਪਰਾ ਤੋਂ ਸਾਡੀ ਉਦਾਂ ਚੱਲੂਗੀ। ਕਿੰਨੇ ਕਿ ਸੰਗਤ ਦੀ ਮੰਗ ਕਰਦੇ ਆ ਆਪਾਂ ਕਿ ਪੰਜਾ ਸਾਹਿਬ ਸ਼ਤਾਬਦੀ ਮੌਕੇ ਪਾਕਿਸਤਾਨ ਵੀਜ਼ਾ ਦੇਵੇ ਸਾਨੂੰ ਜਥੇ ਵਾਸਤੇ? ਅਸੀਂ ਤਾਂ ਕਹਿੰਦੇ ਵੱਧ ਤੋਂ ਵੱਧ ਦੇਣ ਸਾਨੂੰ, ਘੱਟੋ ਘੱਟ 5000 ਦੀ ਸਾਨੂੰ ਪਰਮਿਸ਼ਨ ਦੇਣ ਨਾ, ਕਿਉਂਕਿ ਲੋਕਾਂ ਦੇ ਮਨਾਂ 'ਚ ਚਾਹ ਹੋਊਗਾ ਬਾਹਰੋਂ ਵੀ ਕੁਝ ਨਾ ਕੁਝ ਆਉਣਗੇ। ਫਿਰ ਅਸੀਂ ਵੀ ਮੰਗਦਾ ਰੱਖਦੇ ਵੱਧ ਤੋਂ ਵੱਧ, ਜੇ ਭਾਵੇਂ ਥੋੜੇ ਜਾਣ ਪਰ ਵੀਜ਼ੇ ਤੇ ਵੱਧ ਤੋਂ ਵੱਧ ਸਾਨੂੰ ਦੇਣ ਨਾ। ਸਾਡੀ ਜਿਹੜਾ ਭਗਵੰਤ ਮਾਨ ਦੀ ਇਲਜ਼ਾਮ ਲੱਗੇ ਜੀ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਜਾਊਗਾ ਜੀ। ਦੇਖੋ, ਬੇਨਤੀ ਇਹ ਆ ਕਿ ਸਿੱਖ ਜਿਹੜੀਆਂ ਪਰੰਪਰਾਵਾਂ ਤੇ ਗੁਰੂ ਘਰ ਦੀਆਂ ਜਿਹੜੀਆਂ ਪਰੰਪਰਾਵਾਂ ਤੇ ਰਹਿਤ ਮਰਿਆਦਾ ਆ, ਉਹਦੇ ਵਿੱਚ ਆ ਹੁਣ ਵੀ ਤੁਸੀਂ ਦੇਖਿਆ ਹੋਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਹ ਸਾਰਾ ਥਾਂ ਤੇ ਲਿਖ ਕੇ ਲਾਇਆ ਵੀ ਅੰਦਰ ਕੋਈ ਵੀ ਨਸ਼ੇ ਦੀ ਚੀਜ਼ ਜਿਹੜੀ ਨਾ ਲਿਜਾਈ ਜਾਵੇ। ਤੇ ਜਿਹੜੇ ਚੰਗੇ ਸਿਆਣੇ ਮਨੁੱਖ ਆ ਉਹ ਐਵੇਂ ਦੀ ਕਦੇ ਵੀ ਗੁਸਤਾਖੀ ਨਹੀਂ ਕਰਦੇ। ਤੇ ਜੇ ਉਹ ਕਰਦਾ ਆ ਤਾਂ ਫਿਰ ਮੈਂ ਸਮਝਦਾ ਉਹ ਫਿਰ ਗੁਰੂ ਦਾ ਦੇਣਦਾਰ ਹੁੰਦਾ। ਜੇ ਕੋਈ ਕਿਸੇ ਵੀ ਢੰਗ ਦੇ ਨਾਲ ਕੋਈ ਨਸ਼ੇ ਦੀ ਵਰਤੋਂ ਕਰਕੇ ਜਾਂਦਾ, ਉਹ ਫਿਰ ਸਤਿਗੁਰੂ ਦੀ ਬੁੱਧੀ ਦਾ ਪਾਤਰ ਨਹੀਂ ਬਣਦਾ। ਸਰ, ਕਸ਼ਮੀਰ ਫਾਈਲਸ ਦੀ ਤਰ੍ਹਾਂ ਦੇ ਉੱਤੇ ਜੀ ਦਿੱਲੀ ਫਾਈਲਸ ਬਣਨ ਜਾ ਰਹੀ ਹੈ ਜੀ। ਦਿੱਲੀ ਮੈਂ ਐਕਸ਼ਨ ਕਾਹਨੂੰ ਲਊਂਗਾ ਉਹਦੇ ਖਿਲਾਫ ਤਾਂ ਦੇਖੋ ਜੇ ਕੋਈ ਵਗਿਆ ਹੋਈ ਹੈ ਤੇ ਗੁਰੂ ਸਾਹਿਬ ਕਰਨਗੇ। ਇਹ ਕੋਈ ਕਿਉਂਕਿ ਹਾਰਡ ਐਂਡ ਫਾਸਟ ਧਰਮ ਤਾਂ ਇੱਕ ਅੰਦਰੋਂ ਗ੍ਰਹਿਣ ਕਰਨ ਵਾਲੀ ਚੀਜ਼ ਹੈ। ਪ੍ਰਧਾਨ ਜੀ, ਜਿਹੜੇ ਤੁਹਾਡੇ ਤਖਤ ਸਾਹਿਬਾਨ ਦੇ ਉੱਤੇ ਪਤਿਤ ਨੂੰ ਸਰੋਪਾ ਨਹੀਂ ਦਿੱਤਾ ਜਾ ਸਕਦਾ, ਉੱਥੇ ਸਰੋਪਾ ਦਿੱਤਾ ਗਿਆ। ਬਲਦੇਵ ਸਿੰਘ ਚੁੰਗਾ ਮੈਂਬਰ ਸ਼੍ਰੋਮਣੀ ਕਮੇਟੀ ਉਹ ਕਹਿੰਦੇ ਪਏ ਨੇ ਜੀ ਕਿ ਭਗਵੰਤ ਮਾਨ ਨੇ ਸ਼ਰਾਬ ਨਹੀਂ ਸੀ ਪੀਤੀ ਕੋਈ। ਮੈਂ ਆਉਂਦੀ ਅਸੀਂ 26 ਤਰੀਕ ਰੱਖੀ ਆ, 26 ਤਰੀਕ ਨੂੰ ਅਸੀਂ ਐਗਜ਼ੈਕਟਿਵ ਦੀ ਮੀਟਿੰਗ ਰੱਖੀ ਆ ਆਪਣੀ। ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਤੁਹਾਨੂੰ ਉਸ ਦਿਨ ਮੀਟਿੰਗ ਦੇ ਵਿੱਚ ਆਉਂਦੀ ਫਿਰ ਆਪਣੇ ਫੈਸਲੇ ਕਰਕੇ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਵੀ ਅਸੀਂ, ਕਿਉਂਕਿ ਮੈਂ ਆਪ ਵੀ ਨਹੀਂ ਚਾਹੁੰਦਾ ਕਿ ਪਵਿੱਤਰ ਤਖਤਾਂ ਦੇ ਉੱਤੇ ਵੀ ਤੇ ਆਮ ਵੀ
ਇੱਕ ਸਾਡੀ ਬੜੀ ਵੱਡੀ ਪਰੰਪਰਾ ਬਣ ਗਈ ਵੀ ਸਿਰਪਾਉ ਤੇ ਦਿੱਤਾ ਜਾਵੇ। ਉਹ ਸਿਰਪਾਉ ਦੀ ਪਰੰਪਰਾ ਨੂੰ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਨਿਭਾਉਂਦੇ ਆ, ਦਾੜੀ ਕਟਾ ਦਾੜੀ ਰੰਗੇ ਵਾਲਾ ਪਤਾ ਤੁਹਾਨੂੰ ਨਹੀਂ ਦਿੱਤਾ ਜਾਂਦਾ। ਤੇ ਉਹਦੇ ਲਈ ਅਸੀਂ ਹੁਣ ਮੀਟਿੰਗ ਦੇ ਵਿੱਚ ਫੈਸਲਾ ਕਰਾਂਗੇ ਬੈਠ ਕੇ, ਉਸ ਫੈਸਲੇ ਮੁਤਾਬਕ ਸਾਨੂੰ ਉਹਨੂੰ ਕਨਵੇ ਕੀਤਾ ਜਾਵੇ। ਕਸ਼ਮੀਰ ਫਾਈਲਸ ਦੀ ਤਰਜ ਹੈ ਜੀ, ਦਿੱਲੀ ਫਾਈਲਸ ਬਣਾਈ ਜਾ ਰਹੀ ਹੈ। ਦਿੱਲੀ ਫਾਈਲਸ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਸ਼ਮੀਰ ਫਾਈਲਸ ਦੀ ਤਰਜ ਦੇ ਉੱਤੇ, ਤੇ ਸਿਰਸਾ ਜੀ ਨੇ ਵੀ ਉਹਦੀ ਮੰਗ ਕੀਤੀ ਹੈ। ਤੇ ਤੁਸੀਂ ਕਿਸ ਤਰ੍ਹਾਂ, ਤੁਹਾਡਾ ਕੀ ਕਾਲ ਆ ਉਹਨੂੰ ਲੈ ਕੇ? ਮੈਂ ਤਾਂ ਹਾਲੇ ਦੇ ਗੋਲ ਨਹੀਂ ਹੋਇਆ ਜਿਹੜਾ ਤੁਹਾਡਾ ਸਵਾਲ ਹੈ। ਕਸ਼ਮੀਰ ਫਾਈਲਸ ਜਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਉੱਥੋਂ ਕੱਢਿਆ ਗਿਆ ਜੀ, ਵੈਕੂਏਟ ਕੀਤਾ ਗਿਆ ਅੱਤਵਾਦੀਆਂ ਵੱਲੋਂ, ਉਹਦੇ ਤੇ ਇੱਕ ਫਿਲਮ ਬਣੀ ਸੀ। ਇਸੇ ਤਰ੍ਹਾਂ ਹੀ ਦਿੱਲੀ ਫਾਈਲਸ ਬਣ ਰਹੀ ਜਿਸ 84 ਦੇ ਦੰਗਿਆਂ ਦੇ ਉੱਤੇ, ਉਸੇ ਸੇਮ ਡਾਇਰੈਕਟਰ ਚਲੋ ਪ੍ਰੋਡਿਊਸਰ ਇਹ ਤਾਂ ਵੱਲੋਂ। ਹੁਣ ਇਹ ਆਪਣੀ ਉਹਨਾਂ ਦੀ ਦਿੱਲੀ ਕਮੇਟੀ ਵਾਲਿਆਂ ਦੀ ਆਪਦੀ ਮਰਜ਼ੀ ਹੈ, ਜੇ ਉਹ ਕੱਢਦੇ ਆ ਕੁਝ ਉਹਨਾਂ ਨੂੰ ਹੈਗਾ ਤੇ ਉਹ ਨਹੀਂ, ਦਿੱਲੀ ਕਮੇਟੀ ਦੀ ਨਹੀਂ, ਪ੍ਰੋਡਿਊਸਰ ਬਣਾ ਰਹੇ ਆ, ਲੇਕਿਨ ਉਹਨੇ ਚਲੋ endorse ਕੀਤਾ ਇਸ ਗੱਲ ਨੂੰ। ਮਤਲਬ ਤੁਸੀਂ ਕੀ ਸਮਝਦੇ ਇਸ ਗੱਲ ਨੂੰ? ਮਤਲਬ ਸਾਹਮਣੇ ਆਉਣਾ ਜੇ ਚਾਹੀਦਾ। ਜੇ ਚੰਗੀ ਗੱਲ ਕੋ ਕਰਦਾ ਹੈ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ। ਤੇ ਇੱਕ ਗਿਆਨੀ ਇਕਬਾਲ ਸਿੰਘ ਜੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਪੱਗ ਲੱਥੀ ਦੀ, ਪੱਗ ਲੱਥੀ ਦੀ, ਉਹ ਬੜੀ ਬਹੁਤ ਵਾਇਰਲ ਹੋ ਰਹੀ ਹੈ ਜੀ, ਗਿਆਨੀ ਇਕਬਾਲ ਸਿੰਘ ਪੱਗ ਦੀ। ਕਿਸੇ ਸਿੱਖ ਦੀ ਨਹੀਂ ਦਿੱਤਣੀ ਚਾਹੀਦੀ। ਪੱਗ ਜਿਹੜੀ ਆ ਇਹ ਸਾਡਾ ਆਦਬ ਤੇ ਸਤਿਕਾਰ, ਸਿੱਖ ਦੀ ਸ਼ਾਨ ਹੈ, ਨਹੀਂ ਦਿੱਤਣੀ ਚਾਹੀਦੀ। ਤਾਂ ਪ੍ਰਧਾਨ ਸਾਹਿਬ, ਗੁਰਦੁਆਰਾ ਸਾਹਿਬ ਦੇ ਅੰਦਰ ਇਸ ਤਰ੍ਹਾਂ ਪੱਗਾਂ ਲੱਥਣੀਆਂ, ਉਹ ਵੀ ਕਿ ਕੋਈ ਹੋਰ ਧਰਮ ਦਾ ਵਿਅਕਤੀ ਹੋਵੇ ਤੇ ਅਸੀਂ ਕਹਿ ਸਕਦੇ ਹਾਂ, ਲੇਕਿਨ ਉੱਥੇ ਵੀ ਜਿਹੜੇ ਸੀ ਉਹ ਵੀ ਸਿੱਖ ਸੀਗੇ, ਔਰ ਸਾਰੇ ਜਿਹੜੇ ਕੋਈ ਪਤਨ ਨਹੀਂ ਸੀ, ਸਾਰਾ ਧਰਮ ਦੇ ਲੋਕ ਹੀ ਸੀਗੇ। ਮੈਂ ਪਹਿਲਾਂ ਕਹਿ ਚੁੱਕਾ ਕਿ ਪੱਗ ਜਿਹੜੀ ਦਿੱਤਣੀ ਆ ਇਹ ਚੰਗੀ ਗੱਲ ਨਹੀਂ। ਉਹਦੇ 'ਚ ਕੋਈ ਕਾਰਵਾਈ ਤੁਸੀਂ ਕਰਨ ਜਾ ਰਹੇ ਹੋ ਕਿਸੇ ਦੇ ਉੱਤੇ? ਕਾਰਵਾਈ ਤਾਂ ਇਹ ਕਾਲ ਤੱਕ ਜਾਂ ਹੋਰ ਕੋ ਕਰਨਗੇ। ਸ਼੍ਰੋਮਣੀ ਕਮੇਟੀ ਦਾ ਕੋਈ ਲਾਅ ਬਾਈਂਡਿੰਗ ਫੋਰਸ ਥੋੜੋ ਜਿਹੜੀ ਤੇ ਭਗਵੰਤ ਮਾਨ ਵਾਲੇ ਕੇਸ ਵੀ ਸਰ ਤੁਸੀਂ ਕੁਝ ਕਰਨ ਜਾ ਰਹੇ ਹੋ, ਉਹਦੇ ਪਾਕਿਸਤਾਨ ਸਾਹਿਬ ਹੀ ਕਰਨਗੇ? ਵਿੱਚ ਨਹੀਂ, ਉਹਦੇ ਵਿੱਚ ਦੇਖੋ ਉਹ ਤਾਂ ਗੁਰੂ ਦੀ ਤਾਂ ਸਿੱਖ ਦੀ ਗੱਲ ਆ, ਉਹ ਤਾਂ ਸਤਿਗੁਰੂ ਦੀ ਆ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਕੀ ਕਰਨੀ। ਨਹੀਂ, ਇਸੇ ਗੱਲ ਨੂੰ ਮੈਂ ਵੀ ਇਹੋ ਪੁੱਛਣਾ ਸੀਗਾ ਜੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹਦੇ ਬਾਰੇ ਬਿਆਨਬਾਜ਼ੀ ਕੀਤੀ, ਉਹਨਾਂ ਤੇ ਦੋਸ਼ ਲੱਗਾ ਭਗਵੰਤ ਮਾਨ ਦੇ ਸ਼ਰਾਬ ਦਾ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਹੁਦੇਦਾਰ ਸਾਹਿਬਾਨ ਨੇ ਵੀ ਕੱਲ ਸਟੇਟਮੈਂਟ ਜਾਰੀ ਕੀਤੀ। ਇਹਦੇ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ ਹਾਲੇ ਤੱਕ ਵੀ, ਕਿ ਉਹ ਬਣਦੀ ਨਹੀਂ ਸੀਗੀ ਜਾਂ ਸ਼ੱਕ ਹੈ ਉਹਨਾਂ ਦੇ ਵੀ ਕੀਤਾ, ਉਹਨਾਂ ਨੇ ਦੱਸਿਆ ਜਾਂ ਨਹੀਂ ਕੀਤਾ। ਦੇਖੋ ਇਹ ਕਿਉਂਕਿ ਜਥੇਦਾਰ ਅਕਾਲ ਤਖਤ ਸਾਹਿਬ ਦਾ ਆਪਣਾ ਪੈਰੋਗੇਟਰ ਆ, ਜਿਹੜੇ ਕੋਈ ਬੰਦਾ ਉਹਨਾਂ ਨੂੰ ਕਰੂਗਾ ਅਪਰੋਚ ਤੇ ਨੈਚੁਰਲੀ ਉਹ ਬੰਦਾ ਉਹਦੇ ਤੇ ਆਪਣਾ ਐਕਸ਼ਨ ਲੈਣ। ਪਰ ਇਹ ਤਾਂ ਕੀਤੀ ਨਹੀਂ ਜੀ ਕਿਸੇ ਨੇ ਸ਼੍ਰੋਮਣੀ। ਇਹ ਤਾਂ ਹੁਣ ਮੈਨੂੰ ਪਤਾ ਨਹੀਂ, ਕਿਉਂਕਿ ਇਹ ਤਾਂ ਜਥੇਦਾਰ ਸਾਹਿਬ ਹੀ ਦੱਸ ਸਕਦੇ ਵੀ ਕੀਤੀ ਕਿ ਤੁਸੀਂ ਨਹੀਂ। ਕਰੋਗੇ ਕੰਪਲੇਂਟ? ਇੱਕ ਪ੍ਰਧਾਨ ਜੀ ਜਿਹੜੀ ਤੁਸੀਂ ਕਰੋਗੇ ਕੰਪਲੇਂਟ? ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਗੁਰੂ ਘਰ ਦੀ ਪਰੰਪਰਾ ਮਰਿਆਦਾ ਆ, ਉਹ ਮਰਿਆਦਾ ਸਿੱਖ ਨੂੰ ਨਹੀਂ ਉਲੰਘਣ ਕਰਨਾ ਚਾਹੀਦਾ। ਤੇ ਜੇ ਕੋਈ ਉਲੰਘਣ ਕਰਦਾ ਆ ਤਾਂ ਫਿਰ ਉਹ ਆਪਣਾ ਗੁਰੂ ਦਾ ਦੋਸ਼ੀ ਹੋਊਗਾ, ਮੇਰਾ ਥੋੜਾ ਦੋਸ਼ੀ ਆ। ਪ੍ਰਧਾਨ ਜੀ ਸੀਐਮ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਸੀ ਗੁਰਬਾਣੀ ਦੇ ਪ੍ਰਸਾਰ ਦੇ ਲਈ, ਉਹਦਾ ਕੋਈ ਜਵਾਬ ਤੁਹਾਡੇ ਵੱਲੋਂ? ਉਹਦਾ ਜਵਾਬ ਅਸੀਂ ਇੱਕ ਅੱਧੇ ਦਿਨ 'ਚ ਫਾਈਲ ਕਰ ਰਹੇ ਹਾਂ। ਉਹਨਾਂ ਨੂੰ ਫਾਈਲ ਨਹੀਂ ਕਰ ਰਹੇ, ਉਹਨਾਂ ਨੇ ਜੋ ਦਿੱਤੀਆਂ 6000 ਕੀਤੀਆਂ ਉਹਦਾ ਰਿਪਲਾਈ ਜਿਹੜਾ ਉਹਨਾਂ ਨੂੰ ਇੱਕ ਅੱਧੇ ਦਿਨ 'ਚ ਕਰਕੇ ਦੇ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Please like, subscribe and share this channel GM7 News.